ਜਥੇਦਾਰ ਨੇ ਕੇਂਦਰ ਵੱਲੋਂ ਜ਼ੈਡ ਸਿਕਿਉਰਿਟੀ ਦੀ ਪੇਸ਼ਕਸ਼ ਕੀਤੀ। ਵਾਪਸ ਕਿਹਾ ਸਿਕਿਉਰਿਟੀ ਦੇਣ ਲਈ ਧੰਨਵਾਦ, ਪਰ ਮੈਂ ਨਹੀਂ ਲੈ ਸਕਦਾ ਜ਼ੈਡ ਸਿਕਿਉਰਿਟੀ। ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਆਉਣਗੇ ਚੰਡੀਗੜ੍ਹ ਬੀਜੇਪੀ ਦਫ਼ਤਰ 'ਚ। ਪੰਜਾਬ ਬੀਜੇਪੀ ਆਗੂਆਂ ਨਾਲ ਕਰਨਗੇ ਮੀਟਿੰਗ। ਸੈਕਟਰ 37 'ਚ ਬੀਜੇਪੀ ਦਫ਼ਤਰ ਦੇ ਬਾਹਰ ਭਾਰੀ ਸੁਰੱਖਿਆ ਪ੍ਰਬੰਧ। ਸਿਮਰਨਜੀਤ ਸਿੰਘ ਮਾਨ ਨੂੰ ਮਿਲੇ ਸੁਖਬੀਰ ਬਾਦਲ ਤੇ ਹਰਜਿੰਦਰ ਸਿੰਘ ਧਾਮੀ। ਸੰਗਰੂਰ ਚੋਣ ਲਈ ਸਾਂਝੇ ਉਮੀਦਵਾਰ ਉਤਾਰਨ ਲਈ ਕੀਤੀ ਚਰਚਾ, ਪਰ ਮਾਨ ਨੇ ਅਜੇ ਨਹੀਂ ਭਰੀ ਹਾਮੀ, ਅੱਜ ਭਰ ਸਕਦੇ ਨੇ ਨਾਮਜ਼ਦਗੀ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਰਾਜਾ ਵੜਿੰਗ ਦੀ ਅਪੀਲ, ਕਿਹਾ ਮੂਸੇਵਾਲਾ ਦੇ ਪਿਤਾ ਨੂੰ ਚੁਣਿਆ ਜਾਵੇ ਨਿਰਵਿਰੋਧ। ਸਰਦਾਰ ਸਿੰਘ ਜੌਹਲ ਨੇ ਵੀ ਮੂਸੇਵਾਲਾ ਦੇ ਪਿਤਾ ਨੂੰ ਲੋਕ ਸਭਾ ਭੇਜਣ ਦੀ ਕੀਤੀ ਮੰਗ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਐਲਾਨਿਆ ਉਮੀਦਵਾਰ। ਜ਼ਿਲ੍ਹਾ ਇੰਚਾਰਜ ਗੁਰਮੇਲ ਸਿੰਘ ਨੂੰ ਮੈਦਾਨ 'ਚ ਉਤਾਰਿਆ। ਕਰੋਚੋ ਪਿੰਡ ਦੇ ਸਰਪੰਚ ਵੀ ਹਨ ਗੁਰਮੇਲ ਸਿੰਘ। ਮੋਗਾ ਦੇ ਬਦਨੀ ਕਲਾਂ 'ਚ ਰੌਂਗਟੇ ਖੜੇ ਕਰਨ ਦੇਣ ਵਾਲੀ ਖਬਰ। ਦਿਨ ਦਿਹਾੜੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ ਨੌਜਵਾਨ। ਸੜਕ ਤੇ ਤੜਫ ਕੇ ਹੋਈ ਮੌਤ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ। ਜੀ ਹਾਂ, ਅੱਜ ਚੰਡੀਗੜ੍ਹ ਆਉਣਗੇ ਅਮਿਤ ਸ਼ਾਹ। ਅੱਜ ਚੰਡੀਗੜ੍ਹ ਆਉਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ। ਚੰਡੀਗੜ੍ਹ 'ਚ ਪੰਜਾਬ ਬੀਜੇਪੀ ਨਾਲ ਕਰਨਗੇ ਮੀਟਿੰਗ। ਤਾਂ ਅੰਦਾਜ਼ ਦੇ ਕਿ ਮੂਸੇਵਾਲਾ ਕਤਲकांड ਦਾ ਜੋ ਕੇਸ ਹੈ, ਉਹ ਪਰਿਵਾਰ ਹੈ ਜੋ ਮੂਸੇਵਾਲਾ ਦਾ, ਉਹ ਵੀ ਜੋ ਸਿੱਧੂ ਦੇ ਮਾਤਾ ਪਿਤਾ ਨੇ, ਉਹ ਵੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਸਕਦੇ ਨੇ। ਸਿੱਧੂ ਦੇ ਮਾਤਾ ਪਿਤਾ ਨੇ ਕੇਂਦਰ ਏਜੰਸੀਆਂ ਤੋਂ ਕਤਲ ਕੇਸ ਦੀ ਜਾਂਚ ਕਰਵਾਉਣ ਦੀ ਮੰਗ ਰੱਖੀ ਹੈ ਕੇਂਦਰ ਸਰਕਾਰ ਤੋਂ। ਤਾਂ ਅੰਦਾਜ਼ੇ ਕਿ ਪਰਿਵਾਰ ਨੇ ਗ੍ਰਹਿ ਮੰਤਰਾਲੇ ਨੂੰ ਇੱਕ ਚਿੱਠੀ ਵੀ ਲਿਖੀ ਸੀਗੀ। ਪਿਛਲੇ ਦਿਨੀ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਸੀਗਾ। ਬੜੀ ਬੇਰਹਿਮੀ ਨਾਲ ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਕੀਤੀ ਸੀਗੀ। ਅੱਜ ਪੂਰੀ ਘਟਨਾ ਹੈ ਉਹ ਮਾਨਸਾ ਜ਼ਿਲ੍ਹੇ ਦੇ ਜਵਾਹਰਕਾ ਪਿੰਡ 'ਚ ਵਾਪਰੀ ਸੀਗੀ। ਤੇ ਜੋ ਸਿੱਧੂ ਮੂਸੇਵਾਲਾ ਦਾ ਪਰਿਵਾਰ ਹੈ, ਮਾਤਾ ਪਿਤਾ ਹੈ, ਉਹ ਕੇਂਦਰ ਏਜੰਸੀਆਂ ਤੋਂ ਕਤਲ ਕੇਸ ਦੀ ਜਾਂਚ ਦੀ ਮੰਗ ਕਰ ਰਹੇ ਨੇ। ਤਾਂ ਅੰਦਾਜ਼ੇ ਕਿ ਪਰਿਵਾਰ ਨੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਵੀ ਲਿਖੀ ਹੈ। ਕੁਝ ਦਿਨ ਪਹਿਲਾਂ ਹੀ ਜੋ ਕੇਂਦਰ ਮੰਤਰੀ ਨੇ ਗਜਿੰਦਰ ਸ਼ੇਖਾਵਤ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਪਹੁੰਚੇ ਸੀਗੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨਾਲ ਮੁਲਾਕਾਤ ਕਰਨ, ਦੁੱਖ ਸਾਂਝਾ ਕਰਨ। ਤੇ ਉੱਥੇ ਗਜਿੰਦਰ ਸ਼ੇਖਾਵਤ ਨੇ ਬੋਲਿਆ ਸੀਗਾ, ਬਿਆਨ ਦਿੱਤਾ ਸੀਗਾ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੀ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ ਤੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਕਤਲकांड ਦੀ ਜਾਂਚ ਕੇਂਦਰ ਏਜੰਸੀਆਂ ਤੋਂ ਕਰਵਾਈ ਜਾਵੇ, NIA ਤੋਂ ਕਰਵਾਈ ਜਾਵੇ। ਤੇ ਅੱਜ ਮੂਸੇਵਾਲਾ ਦਾ ਪਰਿਵਾਰ ਮੀਟਿੰਗ ਕਰ ਸਕਦਾ ਹੈ, ਮੁਲਾਕਾਤ ਕਰ ਸਕਦਾ ਹੈ ਅਮਿਤ ਸ਼ਾਹ ਨਾਲ। ਅੱਜ ਅਮਿਤ ਸ਼ਾਹ ਚੰਡੀਗੜ੍ਹ ਆ ਰਹੇ ਨੇ। ਚੰਡੀਗੜ੍ਹ 'ਚ ਪੰਜਾਬ ਬੀਜੇਪੀ ਨਾਲ ਕਰਨਗੇ ਮੀਟਿੰਗ। ਤਾਂ ਅੰਦਾਜ਼ੇ ਕਿ ਪਰਿਵਾਰ ਨੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖੀ ਹੈ। ਸਿੱਧੂ ਮੂਸੇਵਾਲਾ ਦੇ ਕਤਲकांड ਕੇਸ 'ਚ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ 'ਚ ਮੂਸੇਵਾਲਾ ਹਮਲਾਵਰ ਫਤਿਹਾਬਾਦ ਦੇ ਇੱਕ ਪੈਟਰੋਲ ਪੰਪ ਤੋਂ ਆਪਣੀ ਬੁਲੈਰੋ 'ਚ ਤੇਲ ਪਵਾਉਂਦੇ ਨਜ਼ਰ ਆਏ। ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹੁਣ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਮੂਸੇਵਾਲਾ ਦੇ ਸ਼ੱਕੀ ਕਾਤਲ ਵਿਖਾਈ ਦੇ ਰਹੇ ਨੇ। ਤਸਵੀਰਾਂ ਵਿੱਚ ਮੂਸੇਵਾਲਾ ਕਤਲकांड ਵਿੱਚ ਵਰਤੀ ਗਈ ਬੁਲੈਰੋ ਗੱਡੀ ਵਿਖਾਈ ਦੇ ਰਹੀ ਹੈ। ਗੱਡੀ ਵਿੱਚ ਸਵਾਰ ਦੋ ਮੁਲਜ਼ਮ ਵਿਖਾਈ ਦੇ ਰਹੇ ਨੇ ਤੇ ਫਤਿਹਾਬਾਦ ਵਿੱਚ ਇੱਕ ਪੈਟਰੋਲ ਪੰਪ ਤੋਂ ਇਹ ਦੋਵੇਂ ਤੇਲ ਪਵਾ ਰਹੇ ਨੇ। ਪੁਲਿਸ ਦੇ ਮੁਤਾਬਿਕ ਇਹ ਦੋਵੇਂ ਗੈਂਗਸਟਰ ਪਰਵਤ ਫੌਜੀ ਤੇ ਜੌਂਟੀ ਨੇ। ਪੁਲਿਸ ਇਹਨਾਂ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਨੇ ਸ਼ੱਕ ਦੇ ਆਧਾਰ ਤੇ ਫਤਿਹਾਬਾਦ ਦੇ ਪਿਰਡਾਣਾ ਤੋਂ ਪਵਨ ਤੇ ਨਸੀਬ ਨਾਂ ਦੇ ਸ਼ਖਸ ਨੂੰ ਕਾਬੂ ਕੀਤਾ ਹੈ। ਪੁਲਿਸ ਦੀਆਂ ਦੋ ਟੀਮਾਂ ਸੋਨੀਪਤ ਦੇ ਆਲੇ ਦੁਆਲੇ ਦੇ ਏਰੀਏ ਵਿੱਚ ਰੇਡ ਕਰ ਰਹੀਆਂ ਨੇ। ਪੁਲਿਸ ਦਾ ਮੰਨਣਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲकांड ਦੀ ਸਾਰੀ ਖੇਡ ਹਰਿਆਣਾ ਦੇ ਫਤਿਹਾਬਾਦ ਤੇ ਸੋਨੀਪਤ ਦੇ ਆਲੇ ਦੁਆਲੇ ਘੁੰਮ ਰਹੀ ਹੈ। ਪੁਲਿਸ ਸੂਤਰ ਇਹ ਵੀ ਦੱਸਦੇ ਨੇ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਲਈ ਵਰਤੀ ਗਈ ਬਲੈਰੋ ਗੱਡੀ ਫਤਿਹਾਬਾਦ ਤੋਂ ਮੰਗਵਾਈ ਗਈ ਤੇ ਕਰੋਲਾ ਗੱਡੀ ਪੰਜਾਬ ਤੋਂ। ਬੁਲੈਰੋ ਤੇ ਕਰੋਲਾ ਗੱਡੀ ਕੋਟਕਪੂਰਾ ਹਾਈਵੇ ਤੇ ਹੈਂਡਓਵਰ ਕੀਤੀਆਂ ਗਈਆਂ। ਫੋਨ ਤੇ ਹਮਲਾਵਰਾਂ ਦੇ ਵਿਚਾਲੇ ਸੰਪਰਕ ਹੁੰਦਾ ਹੈ ਤੇ ਪੂਰੀ ਪਲੈਨਿੰਗ ਦੇ ਬਾਅਦ ਸਾਰੇ ਹਮਲਾਵਰ 3 ਦਿਨ ਪਹਿਲਾਂ ਆਪਸ ਵਿੱਚ ਮਿਲਦੇ ਨੇ। ਮੂਸੇਵਾਲਾ ਕਤਲ ਕੇਸ ਦੇ ਵਿੱਚ ਇੱਕ ਹੋਰ ਵੀਡੀਓ ਵੀ ਹੈ। ਇਹ ਵੀਡੀਓ ਕਤਲ ਦੀ ਵਾਰਦਾਤ ਤੋਂ ਬਾਅਦ ਦੀ ਹੈ, ਤਕਰੀਬਨ 20 ਮਿੰਟ ਬਾਅਦ ਦੀ, ਜਿਸ ਵਿੱਚ ਹਮਲਾਵਰ ਲੁੱਟੀ ਹੋਈ ਆਲਟੋ ਕਾਰ ਵਿੱਚ ਸਵਾਰ ਨੇ। ਅੱਗੇ ਹਮਲਾਵਰਾਂ ਦੇ ਵੱਲੋਂ ਲੁੱਟੀ ਹੋਈ ਆਲਟੋ ਕਾਰ ਚੱਲ ਰਹੀ ਹੈ ਤੇ ਪਿੱਛੇ ਉਹੀ ਬਲੈਰੋ। ਕਾਰ ਦੇ ਵਿੱਚ ਬੈਠੇ ਹਮਲਾਵਰ ਵੀ ਨਜ਼ਰ ਆ ਰਹੇ ਨੇ, ਪਰ ਚਿਹਰੇ ਸਾਫ਼ ਵਿਖਾਈ ਨਹੀਂ ਦੇ ਰਹੇ। ਮੂਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਹਮਲਾਵਰਾਂ ਨੇ ਪਿੰਡ ਬੱਪੀਆਣਾ ਦੇ ਨੇੜੇ ਆਲਟੋ ਕਾਰ ਨੂੰ ਲੁੱਟ ਲਿਆ ਸੀ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।
ਜਦੋਂ ਮੂਸੇਵਾਲਾ ਕਤਲ ਮਾਮਲਾ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਨਾਲ ਜੁੜ ਰਿਹਾ ਹੈ ਤੇ ਲਾਰੈਂਸ ਬਿਸ਼ਨੋਈ ਦਾ ਵੀ ਵਾਰ-ਵਾਰ ਜ਼ਿਕਰ ਹੋ ਰਿਹਾ ਹੈ। ਇਸ ਲਈ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਵਿੱਕੀ ਤੇ ਲਾਰੈਂਸ ਦੀ ਦੋਸਤੀ ਕਿਵੇਂ ਪਈ ਤੇ ਲਾਰੈਂਸ ਕਿਵੇਂ ਅਪਰਾਧ ਦੀ ਦੁਨੀਆ 'ਚ ਫਸ ਗਿਆ। ਇਸ ਰਿਪੋर्ट ਨੂੰ देखते हैं। आखिर किवें विक्की मिड्डूखेड़ा ते लारेंस बिश्नोई दी दोस्ती पई ते किवें लारेंस हौली हौली अपराध दी दुनिया दे विच धसदा गया, तुहानूं इस बारे विस्तार दे नाल वाकिफ करवाउंदे हां। दरअसल दोवां विचकार दोस्ती दा आधार विद्यार्थी जथेबंदी सोपू ही बनी। विक्की ते लारेंस बिश्नोई दी दोस्ती 2010 तो भी पहलां दी है। विक्की मिड्डूखेड़ा पीयू दे विच सोपू पार्टी वालों सरगर्म सी, जबकि लारेंस डीएवी चंडीगढ़ च सोपू पार्टी वालों सरगर्म सी। लारेंस 2010 ਦੇ ਵਿੱਚ ਡੀਏਵੀ ਕਾਲਜ ਦੇ ਵਿੱਚ ਪੜ੍ਹਦਾ ਸੀ। ਲਾਰੈਂਸ ਡੀਏਵੀ ਕਾਲਜ ਦੇ ਵਿੱਚ ਸੋਪੂ ਦਾ ਪ੍ਰਧਾਨ ਬਣਿਆ। ਲਾਰੈਂਸ ਨੂੰ ਪ੍ਰਧਾਨ ਬਣਾਉਣ ਦੇ ਵਿੱਚ ਵਿੱਕੀ ਦੀ ਅਹਿਮ ਭੂਮਿਕਾ ਸੀ। ਡੀਏਵੀ 'ਚ ਲਾਰੈਂਸ ਬਿਸ਼ਨੋਈ ਦੀ ਚੰਗੀ ਪ੍ਰਸਿੱਧੀ ਸੀ, ਪਰ 2010 ਤੋਂ ਲਾਰੈਂਸ ਦੇ ਝਗੜੇ ਵਧਦੇ ਗਏ। ਫਿਰੌਤੀ, ਕਿਡਨੈਪਿੰਗ ਤੇ ਗੈਂਗਵਾਰ ਮਾਮਲਿਆਂ ਦੇ ਵਿੱਚ ਸ਼ਾਮਲ ਹੋ ਗਿਆ। ਹਾਲਾਂਕਿ 2014 ਦੇ ਵਿੱਚ ਵਿੱਕੀ ਮਿੱਡੂਖੇੜਾ ਐਸਓਆਈ ਦੇ ਵਿੱਚ ਸ਼ਾਮਲ ਹੋ ਗਿਆ। ਇਹੀ ਉਹ ਥਾਂ ਹੈ ਜਿੱਥੇ ਵਿੱਕੀ ਮਿੱਡੂਖੇੜਾ ਅਤੇ ਲਾਰੈਂਸ ਬਿਸ਼ਨੋਈ ਦਾ ਇੱਕ ਕਾਮਨ ਕਨੈਕਸ਼ਨ ਸੀਗਾ ਸਟੂਡੈਂਟ ਪੋਲੀਟੀਕਲ ਪਾਰਟੀ ਦਾ, ਜੋ ਸੀ ਸੋਪੂ। ਸੋਪੂ ਸਭ ਤੋਂ ਪਹਿਲਾਂ ਵਿੱਕੀ ਮਿੱਡੂਖੇੜੇ ਵੱਲੋਂ ਪ੍ਰਧਾਨ ਬਿਸ਼ਨੋਈ ਨੂੰ ਬਣਾਇਆ ਜਾਂਦਾ ਹੈ 2010 ਦੇ ਅੰਦਰ, ਔਰ ਉਸ ਤੋਂ ਬਾਅਦ ਸਟੂਡੈਂਟ ਪੋਲਿਟਿਕਸ ਤੇ ਪੂਰੀ ਗ੍ਰਿਪ ਰੱਖਣ ਕਾਰਨ ਹੀ ਦੋਨੇ ਆਪਸ 'ਚ ਤਾਲਮੇਲ ਰੱਖਦੇ ਸੀ, ਦੋਸਤੀ ਸੀਗੀ। ਸਾਲ 1996 ਦੇ ਵਿੱਚ ਵਿਦਿਆਰਥੀ ਜਥੇਬੰਦੀ ਸੋਪੂ ਦੀ ਸ਼ੁਰੂਆਤ ਹੋਈ ਸੀ। ਸੋਪੂ ਦੇ ਸੰਸਥਾਪਕ ਦਿਆਲ ਪ੍ਰਤਾਪ ਸਿੰਘ ਰੰਧਾਵਾ ਨੇ, ਜੋ ਇੰਨੇ ਦਿਨੀ ਹਾਈ ਕੋਰਟ ਦੇ ਵਿੱਚ ਵਕੀਲ ਨੇ। ਦਿਆਲ ਪ੍ਰਤਾਪ ਰੰਧਾਵਾ ਨੇ ਨਿਊਜ਼ 18 ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਦੇ ਮਸਲੇ ਹੱਲ ਕਰਨ ਦੇ ਮਕਸਦ ਦੇ ਨਾਲ ਸੋਪੂ ਦਾ ਗਠਨ ਕੀਤਾ ਗਿਆ ਸੀ। ਹਾਲਾਂਕਿ ਬਾਅਦ 'ਚ ਸਿਆਸੀ ਪਾਰਟੀਆਂ ਦੇ ਵੱਖ-ਵੱਖ ਵਿੰਗ ਬਣ ਗਏ ਤੇ ਅਲੱਗ-ਅਲੱਗ ਸੰਗਠਨ ਅਸਲ ਮੁੱਦਿਆਂ ਤੋਂ ਭਟਕ ਗਏ। ਸਾਰੇ ਆਪਣੇ ਪੁਰਾਣੇ ਸਾਥੀਆਂ ਨਾਲ ਇਕੱਠੇ ਹੋ ਕੇ ਇੱਕ ਸਟੂਡੈਂਟ ਫਰੰਟ ਰੇਜ਼ ਕੀਤਾ ਸੀਗਾ, ਸਟੂਡੈਂਟਸ ਆਰਗੇਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀ। ਦੇਖੋ ਜੋ ਡਾਇਵਰਟ ਹੋਇਆ ਉਹਦੇ ਬਾਰੇ ਤਾਂ ਕਿਉਂਕਿ ਅਸੀਂ ਉਸ ਵਕਤ ਉੱਥੇ ਨਹੀਂ ਸੀਗੇ, ਮੇਨ ਤੇ ਸਟੂਡੈਂਟਸ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਲਈ। ਲਾਰੈਂਸ ਬਿਸ਼ਨੋਈ ਹੌਲੀ-ਹੌਲੀ ਕਿਵੇਂ ਅਪਰਾਧ ਦੀ ਦੁਨੀਆ ਦੇ ਵਿੱਚ ਦਾਖਲ ਹੋਇਆ ਤੇ ਜਦੋਂ ਲਾਰੈਂਸ ਪਹਿਲੀ ਵਾਰ ਵਿਦਿਆਰਥੀ ਚੋਣਾਂ ਹਾਰਿਆ ਤਾਂ ਕਿਵੇਂ ਗੁੱਟਬਾਜੀ ਸ਼ੁਰੂ ਹੋਈ। ਲਾਰੈਂਸ ਦੇ ਕਲਾਸਮੇਟ ਰਹੇ ਸੰਜੀਵ ਨੇ ਨਿਊਜ਼ 18 ਤੇ ਪੂਰੀ ਕਹਾਣੀ ਬਿਆਨ ਕੀਤੀ है। ऐसा काम हो गया, फिर राजनीति में वो हार गया अपने इलेक्शन, तो उस पर पर्चा पड़ गया। फिर धीरे धीरे उस पर पर्चे पड़ते गए, लड़ाइयाँ होती गई। रीजन की सी पर्चे कादे पर्चे? वही सर, कॉलेज में जब फर्स्ट टाइम इलेक्शन हारा तो इलेक्शन हारने के बाद थोड़ी रंजिश बढ़ जाती है सेकंड पार्टी से जीतने वाली से, तो फिर कोई लड़ाई हुई तो उस लड़ाई में गोलियां चली थी एक बार, फर्स्ट टाइम 2013-14 की बात है। तो उस टाइम इस पे पर्चा डल गया, तो उसमें पर्चा होने की वजह से इसको जेल होगी। फिर वो ऐसी जेल हुई कि ये आज तक जेलों में ही बैठा है। संजीव ने दस्सिया कि अजिहा नहीं है कि हालातां ने लारेंस नूं गैंगस्टर बनाया, क्योंकि लारेंस चंगे असर सूख रखण वाले परिवार दे नाल संबंध रखदा है। लारेंस तो बहुत ही अच्छी फैमिली से बिलोंग करता है, और ये भी नहीं है कि कोई मिडिल क्लास फैमिली है, काफी पैसे वाली पार्टी है, और कोई दिक्कत नहीं थी उसको किसी भी प्रकार की कि बंदा कोई बोले कि जुर्म की दुनिया में पैसों की वजह से आया, ऐसा भी नहीं है। बस जुर्म की दुनिया में सर वही गुटबाजी, लड़ाईबाजी, उसकी वजह से धीरे धीरे एक पर्चा, फिर धीरे धीरे लड़ाइयाँ बढ़ती गई। बस सोचा नहीं था और बढ़ गया। ਜ਼ਿਕਰਯੋਗ ਹੈ ਕਿ ਮੂਸੇਵਾਲਾ ਕਤਲ ਮਾਮਲੇ ਦੇ ਤਾਰ ਲਾਰੈਂਸ ਬਿਸ਼ਨੋਈ ਦੇ ਨਾਲ ਜੁੜ ਰਹੇ ਨੇ। ਲਾਰੈਂਸ ਬਿਸ਼ਨੋਈ ਖੁਦ ਇਸ ਕਤਲ ਦੀ ਜ਼ਿੰਮੇਵਾਰੀ ਲੈ ਚੁੱਕਾ ਹੈ ਤੇ ਇਹ ਵੀ ਸਾਫ਼ ਕਰ ਚੁੱਕਾ ਹੈ ਕਿ ਉਹਨਾਂ ਦੇ ਵੱਲੋਂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲਿਆ ਗਿਆ ਹੈ, ਕਿਉਂਕਿ ਵਿੱਕੀ ਤੇ ਲਾਰੈਂਸ ਦੀ ਆਪਸ ਦੇ ਵਿੱਚ ਗੂੜੀ ਦੋਸਤੀ ਸੀ। ਚੰਡੀਗੜ੍ਹ ਤੋਂ ਅਮਨ ਭਾਰਦਵਾਜ ਤੇ ਮਨੋਜ ਰਾਠੀ, ਨਿਊਜ਼ 18 ਪੰਜਾਬ। ਹੁਣ ਗੱਲ ਕਰਨੇ ਸੀਐਮ ਮਾਨ ਦੀ। ਸੀਐਮ ਮਾਨ ਸਖਤ ਸੁਰੱਖਿਆ ਹੇਠ ਪਿੰਡ ਮੂਸਾ ਪਹੁੰਚੇ। ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਪਰ ਵਿਰੋਧੀਆਂ ਨੇ ਸੀਐਮ ਦੀ ਸੁਰੱਖਿਆ ਘੇਰੇ ਨੂੰ ਲੈ ਕੇ ਹੀ ਸਵਾਲ ਖੜੇ ਕਰ ਦਿੱਤੇ ਨੇ ਤੇ ਮੂਸਾ ਪਿੰਡ ਨੂੰ ਜੰਗ ਦਾ ਕਿਲਾ ਤੱਕ ਬਣਾਉਣ ਦੇ ਇਲਜ਼ਾਮ ਲਗਾ ਦਿੱਤੇ ਤੇ ਉਧਰ ਕੇਜਰੀਵਾਲ ਨੇ ਵਿਰੋਧੀਆਂ ਨੂੰ ਸਿਆਸਤ ਨਾ ਕਰਨ ਦੀ ਨਸੀਹਤ ਦਿੱਤੀ ਹੈ। ਸੀਐਮ ਭਗਵੰਤ ਮਾਨ ਪਿੰਡ ਮੂਸਾ ਪਹੁੰਚੇ ਤੇ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਕਰੀਬ 1 ਘੰਟੇ ਤੱਕ ਇਹ ਮੁਲਾਕਾਤ ਚੱਲੀ।
ਇਸ ਦੌਰਾਨ ਸੀਐਮ ਮਾਨ ਨੇ ਪਰਿਵਾਰ ਨੂੰ ਇਨਸਾਫ ਦਾ ਭਰੋਸਾ ਦਿੱਤਾ ਹੈ ਤੇ ਨਿਰਪੱਖ ਜਾਂਚ ਦੀ ਗੱਲ ਕਹੀ ਹੈ। ਸੀਐਮ ਨੇ ਇਹ ਵੀ ਵੱਡੀ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੂੰ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਅਹਿਮ ਸਬੂਤ ਮਿਲੇ ਨੇ ਤੇ ਮੂਸੇਵਾਲਾ ਦੇ ਕਾਤਲ ਜਲਦ ਸਲਾਖਾਂ ਦੇ ਪਿੱਛੇ ਹੋਣਗੇ। ਜੋ ਪਰਿਵਾਰ ਕਹੂਗਾ, ਜਿਵੇਂ ਸਰਕਾਰ ਨੇ ਕਿਹਾ ਕਿ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਿਹੜੀ ਹੈ ਜਾਂਚ ਕਰਾਈ ਜਾਵੇ, ਸਰਕਾਰ ਨੇ ਮੰਨੀ। ਅੱਗੇ ਤੋਂ ਪਰਿਵਾਰ ਜੋ ਕਹੂਗਾ, ਸੀਬੀਆਈ ਦੀ ਹੈਲਪ ਲੈਣੀ ਹੈ, ਐਨਆਈ ਦੀ ਲੈਣੀ ਹੈਗੀ, ਤਾਂ ਸਰਕਾਰ ਤਾਂ ਤਿਆਰ ਆ ਤਾਂ ਕਿ ਜਿਹੜਾ ਵੀ ਇਹ ਨੈਕਸਸ ਆ ਤੋੜਿਆ ਜਾਵੇ। ਤੁਹਾਨੂੰ ਇਹ ਦੱਸ ਦਿੰਦੇ ਆ ਕਿ ਸਰਕਾਰ ਚੈਨ ਨਾਲ ਨਹੀਂ ਬੈਠੂਗੀ ਜਿੰਨਾ ਚਿਰ ਸਿੱਧੂ ਦੇ ਜਿਹੜੇ ਕਾਤਲ ਆ ਫੜੇ ਨਹੀਂ ਜਾਂਦੇ। ਪਰ ਜਿਹੜਾ ਹੈਗਾ ਪੁਲਿਸ ਸਾਡੀ ਜਿਹੜੀ ਸਿੱਟ ਬਣੀ ਹੈਗੀ, ਅਫਸਰ ਸਾਹਿਬਾਨ ਸਾਡੀ ਜਿੰਨੀਆਂ ਖੁਫੀਆ ਏਜੰਸੀਆਂ ਨੇ ਸਾਰੀਆਂ ਲੱਗੀਆਂ ਹੋਈਆਂ ਨੇ। ਉਧਰ ਸਾਬਕਾ ਡਿਪਟੀ ਸੀਐਮ ਸੁਖਿੰਦਰ ਰੰਧਾਵਾ ਨੇ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਰੰਧਾਵਾ ਨੇ ਕਿਹਾ ਕਿ ਸੀਐਮ ਮਾਨ ਇੰਨੇ ਦਿਨ ਕਿੱਥੇ ਸਨ ਕਿ ਸੀਐਮ ਦਿੱਲੀ ਤੋਂ ਇਜਾਜ਼ਤ ਲੈ ਕੇ ਮੂਸੇਵਾਲਾ ਦੇ ਘਰ ਗਏ ਤੇ ਸੀਐਮ ਦੇ ਸੁਰੱਖਿਆ ਘੇਰੇ ਨੂੰ ਲੈ ਕੇ ਵੀ ਉਹਨਾਂ ਸਵਾਲ ਖੜੇ ਕੀਤੇ ਨੇ। ਮਾਨ ਸਾਹਿਬ ਕਦੇ ਪੋਲੀਟੀਕਲ ਨਹੀਂ, ਇਹ ਕਾਂਗਰਸੀ ਪੋਲਿਟਿਕਸ ਕਰ ਰਹੇ ਤੇ ਇਹਨੂੰ ਕਿਉਂ ਕੱਲ ਜਾ ਕੇ ਦਿੱਲੀੋਂ ਪਹਿਲਾਂ ਪਰਮਿਸ਼ਨ ਲੈਣ ਦੀ ਲੋੜ ਸੀਗੀ ਤੇ ਮੈਂ ਜਾਵਾਂ ਕਿ ਨਾ ਜਾਵਾਂ? ਜਦੋਂ ਕਿਸਾਨਾਂ ਨਾਲ ਮੀਟਿੰਗ ਕੀਤੀ ਉਦੋਂ ਵੀ ਕਿਸਾਨਾਂ ਦੇ ਇੱਥੇ ਹੀ ਛੱਡ ਕੇ ਉਹ ਬੈਠੇ ਨੇ ਗਰਮੀ ਦੇ ਵਿੱਚ ਰਸਤੇ 'ਚ ਤੇ ਆਪ ਜਨਾਬ ਦੌੜ ਕੇ ਦਿੱਲੀ ਨੂੰ ਆਕਾ ਕੋਲੋਂ ਪਰਮਿਸ਼ਨ ਲੈ ਲਈ। ਸੁਖਬੀਰ ਬਾਦਲ ਨੇ ਵੀ ਸੀਐਮ ਦੀ ਸੁਰੱਖਿਆ ਦੀਆਂ ਤਸਵੀਰਾਂ ਟਵੀਟ ਕਰਦੇ ਲਿਖਿਆ ਕਿ ਭਗਵੰਤ ਮਾਨ ਜੀ, ਸਿੱਧੂ ਮੂਸੇਵਾਲਾ ਦਾ ਪਿੰਡ ਅੱਜ ਜੰਗ ਦਾ ਕਿਲਾ ਕਿਉਂ ਬਣਾਇਆ ਗਿਆ। ਉਧਰ ਬੀਜੇਪੀ ਦਾ ਕਹਿਣਾ ਹੈ ਕਿ ਜੇ ਸਰਕਾਰ ਮੂਸੇਵਾਲਾ ਦੀ ਸੁਰੱਖਿਆ ਵਾਪਸ ਨਾ ਲੈਂਦੀ ਤਾਂ ਸੀਐਮ ਨੂੰ ਪਿੰਡ ਮੂਸਾ ਦੇ ਵਿੱਚ ਜਾਣ ਦੀ ਜ਼ਰੂਰਤ ਹੀ ਨਾ ਪੈਂਦੀ। ਭਗਵੰਤ ਮਾਨ ਸਾਹਿਬ, ਮਾਂ ਦਾ ਪੁੱਤ ਚਲਾ ਗਿਆ, ਪੰਜਾਬ ਦਾ ਗਾਇਕ ਚਲਾ ਗਿਆ। ਅੱਜ ਤੁਸੀਂ ਉੱਥੇ ਪਹੁੰਚੇ ਹੋ, ਜਾਣ ਦੀ ਲੋੜ ਹੀ ਨਾ ਪੈਂਦੀ ਜੇ ਅਸੀਂ ਸਿਕਿਉਰਿਟੀ ਵਾਪਸ ਨਾ ਲਿੱਤੀ ਹੁੰਦੀ। ਔਰ ਸਿਕਿਉਰਿਟੀ ਵਾਪਸ ਵੀ ਅਗਰ ਸਿਕਿਉਰਿਟੀ ਵਾਪਸ ਲੈਣ ਤੋਂ ਬਾਅਦ ਇਸ਼ਤਿਹਾਰ ਨਾ ਕੱਢੇ ਹੁੰਦੇ, ਸੁਰਖੀਆਂ ਨਾ ਬਟੋਰੀਆਂ ਹੁੰਦੀਆਂ, ਫੇਸਬੁੱਕ ਤੇ ਨਾ ਪਾਇਆ ਹੁੰਦਾ, ਟਵਿੱਟਰ ਤੇ ਨਾ ਪਾਇਆ ਹੁੰਦਾ। ਉਧਰ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਬੇਹੱਦ ਅਫਸੋਸਜਨਕ ਹੈ। ਇਸ ਘਟਨਾ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਸੋ ਮੂਸੇਵਾਲਾ ਕਤਲ ਕਾਂਡ ਤੇ ਸਿਆਸਤ ਰੁਕਣ ਦਾ ਨਾਮ ਨਹੀਂ ਲੈ ਰਹੀ। ਵਿਰੋਧੀ ਪੂਰੀ ਘਟਨਾ ਦੇ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ। ਸੀਐਮ ਦੇ ਦੌਰੇ ਮੌਕੇ ਲਗਾਈ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਨੇ, ਜਦਕਿ ਸੀਐਮ ਮਾਨ ਨੇ ਇਹ ਦਾਅਵਾ ਕੀਤਾ ਹੈ ਕਿ ਦੋਸ਼ੀ ਜਲਦ ਸਲਾਖਾਂ ਦੇ ਪਿੱਛੇ ਹੋਣਗੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਅਫਸਾਨਾ ਖਾਨ ਦੇ ਭਰਾ ਖੁਦਾ ਬਖਸ਼ ਨੇ ਸਿੱਧੂ ਮੂਸੇਵਾਲਾ ਦੀ ਯਾਦ 'ਚ ਟੈਟੂ ਬਣਵਾਇਆ ਹੈ। ਉਹਨਾਂ ਨੇ ਆਪਣੀ ਬਾਂਹ ਤੇ ਲਿਖਵਾਇਆ ਹੈ ਕਿ ਬਾਈ ਸਿੱਧੂ ਮੂਸੇਵਾਲਾ ਹਮੇਸ਼ਾ ਮੇਰੇ ਨਾਲ ਹੈ। ਇਸ ਦੌਰਾਨ ਖੁਦਾ ਬਖਸ਼ ਨੇ ਨਿਊਜ਼ 18 ਤੇ ਮੂਸੇਵਾਲਾ ਦੇ ਨਾਲ ਜੁੜੀਆਂ ਆਪਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਸਿੱਧੂ ਮੂਸੇਵਾਲੇ ਦਾ ਜਾਣਾ ਪੰਜਾਬ ਦੀ ਇੰਡਸਟਰੀ ਦੇ ਲਈ ਇੱਕ ਵੱਡਾ ਝਟਕਾ ਹੈ। ਪੰਜਾਬੀ ਇੰਡਸਟਰੀ ਨਹੀਂ ਬਲਕਿ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਉਹਨਾਂ ਦੇ ਗਾਣਿਆਂ ਦੇ ਫੈਨ ਸੀਗੇ। ਔਰ ਅਫਸਾਨਾ ਖਾਨ ਤੇ ਅਫਸਾਨਾ ਖਾਨ ਦੇ ਭਰਾ ਖੁਦਾ ਬਖਸ਼, ਉਹ ਆਪਣੇ ਵੱਡੇ ਭਰਾ ਤੋਂ, ਆਪਣੇ ਭਰਾਵਾਂ ਤੋਂ ਵੱਧ ਕੇ ਜਿਹੜਾ ਸਿੱਧੂ ਮੂਸੇਵਾਲਾ ਨੂੰ ਮੰਨਦੇ ਸੀ। ਖੁਦਾ ਬਖਸ਼ ਵੀ ਇਸ ਵੇਲੇ ਮੇਰੇ ਨਾਲ ਨੇ, ਗੱਲਬਾਤ ਕਰਦੇ ਹਾਂ। ਖੁਦਾ, ਇਹ ਅਜਿਹਾ ਘਾਟਾ ਵਾ ਜਿਹੜਾ ਮੈਨੂੰ ਲੱਗਦਾ ਕਿ ਇੰਡਸਟਰੀ ਪੂਰਾ ਨਹੀਂ ਕਰ ਸਕਦੀ ਕਿ ਸਿੱਧੂ ਵਰਗੇ ਦਾ ਆਉਣਾ ਇਹ ਸਦੀਆਂ 'ਚ ਇੱਕ ਉਹ ਹੈ ਸਿੰਗਰ ਤੋਂ ਜ਼ਿਆਦਾ ਉਹ ਇੱਕ ਰਾਈਟਰ ਦੇ ਤੌਰ ਤੇ ਜ਼ਬਰਦਸਤ ਸੀਗਾ। ਬਸ ਜੀ, ਜੋ ਬਹੁਤ ਮਾੜਾ ਹੋਇਆ ਬਾਈ ਸਾਡੇ ਨਾਲ, ਤਾਂ ਹਮੇਸ਼ਾ ਹੀ ਹੈਗੇ ਨੇ। ਮੈਂ ਅੱਗੇ ਟੈਟੂ ਵੀ ਬਣਵਾਇਆ ਕਿ ਸਾਡੇ ਨਾਲ ਉਹ ਹਮੇਸ਼ਾ ਜ਼ਿੰਦਗੀ 'ਚ ਨਾਲ ਨੇ ਸਾਡੇ। ਉਹ ਮੈਂ ਦੱਸੀ ਪਹਿਲਾਂ ਵੀ ਗੱਲ ਕਰੀਏ ਕਿ ਮੈਂ ਨਾ ਆਪਣੇ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ, ਮੈਂ ਅਫਸਾਨਾ ਦੀ ਬੜੇ ਛੋਟੇ ਸੀ, ਉਹ ਸਾਨੂੰ ਪਤਾ ਨਹੀਂ ਲੱਗਿਆ। ਇਹ ਸੱਚ ਦਿਲ ਦੀ ਗੱਲ ਦੱਸ ਰਿਹਾ, ਸੰਗੀਤ ਦੀ ਕਸਮ। ਬਟ ਅੱਜ ਐਂ ਲੱਗ ਰਿਹਾ ਮੇਰਾ ਪਿਓ ਚਲਾ ਗਿਆ ਜੀ, ਸਾਡਾ ਪਿਓ ਵਰਗਾ ਭਰਾ। ਬਸ ਨਾ ਬਾਈ, ਮੈਂ ਕੁਝ ਕਹਿ ਨਹੀਂ ਸਕਦਾ। ਮੈਨੂੰ ਤਾਂ ਬਸ ਐਂ ਲੱਗਦਾ ਵੀ ਇਹਨੂੰ ਜੱਫੀ ਪਾ ਲਈਏ ਬਾਈ, ਸਾਨੂੰ ਦਿਖ ਜੇ ਕਿਤੇ ਯਾਰ। ਸਿੱਧੂ ਦੇ ਲਈ ਤੁਸੀਂ ਟੈਟੂ ਵੀ ਬਣਾਇਆ, ਕੀ ਟੈਟੂ ਲਿਖਿਆ? ਇਹ ਕੀ ਹੈ? ਇਹ ਲਿਖਿਆ ਜੀ ਵੱਡਾ ਬਾਈ ਸਿੱਧੂ ਮੂਸੇਵਾਲਾ ਆਲਵੇਜ਼ ਵਿਦ ਮੀ। ਮਤਲਬ ਇਹ ਜਾਣ ਤੋਂ ਬਾਅਦ ਬਣਾਇਆ ਜਾਂ ਪਹਿਲਾਂ ਬਣਾਇਆ? ਜਾਣ ਤੋਂ ਬਾਅਦ ਬਣਾਇਆ। ਸਿੱਧੂ ਦੇ ਜਾਣ ਤੋਂ ਬਾਅਦ ਵੱਡਾ ਬਾਈ ਸਿੱਧੂ ਮੂਸੇਵਾਲਾ ਆਲਵੇਜ਼ ਵਿਦ ਮੀ। ਹਾਂਜੀ, ਇਹ ਚਲੋ ਕੋਈ ਇਹ ਦਿਖਾਉਣ ਨਹੀਂ, ਮੈਨੂੰ ਵੈਸੇ ਮੈਨੂੰ ਐਂ ਲੱਗਿਆ ਕਿ ਮੇਰਾ ਬਾਈ, ਕਿਉਂਕਿ ਕਲਾਕਾਰ ਦੀ ਫੀਲ ਸਮਝਦਾ। ਜਦੋਂ ਮੈਂ ਮੈਕ ਜਿੱਦਾਂ ਵੀ ਐਂ ਫੜਦੇ ਤੇ ਉਹ ਬਾਈ ਦਾ ਨਾਲ, ਸਾਨੂੰ ਐਂ ਲੱਗਦਾ ਵੀ ਉਹ ਨਾਲ ਹੀ ਨੇ ਬਸ। ਬਟ ਜੀ ਜੋ ਵੀ ਇਹ ਹੋਇਆ, ਬਹੁਤ ਤੁਸੀਂ ਵੀ ਮੇਰੇ ਨਾਲ ਕਿੰਨਾ ਚਿਰ ਰਹੇ ਹੋਏ ਸੀ, ਬਟ ਐਂ ਲੱਗ ਰਿਹਾ ਵੀ ਸੁੰਨ ਹੋ ਗਏ ਆਪਾਂ। ਪਤਾ ਨਹੀਂ ਚੱਲ ਰਿਹਾ ਵੀ ਆਪਾਂ ਇੱਥੇ ਜਿਉਂਦੇ ਵੀ ਆਪਾਂ ਮਰ ਗਏ, ਅਸੀਂ ਮਰ ਗਏ ਜੀ। ਸਹੀ ਦੱਸੀਏ ਤਾਂ ਜੈਨੂਅਨ ਗੱਲ ਦੱਸ ਰਿਹਾ ਵੀ ਮੈਂ ਮਾਰੇ ਗਏ, ਜਮਾਂ ਮਾਰੇ ਗਏ ਜੀ। ਚਲੋ ਮਾਂ ਬਾਪ ਨੂੰ ਤਾਂ ਅਸੀਂ ਉਹ ਪਰਮਾਤਮਾ ਨੇ ਔਰ ਰੱਬ ਦੇ ਰੂਪ ਨੇ ਜਿਹੜਾ ਇੰਨਾ ਚਿਰ ਉਹ ਵਿਚਾਰੇ, ਅਸੀਂ ਉਹਨਾਂ ਦੇ ਨਾਲ ਆ ਹਮੇਸ਼ਾ।
ਇਹ ਸਾਡਾ ਸਾਰਿਆਂ ਦਾ ਹੱਕ ਆ, ਸਾਡੇ ਇਕੱਲਿਆਂ ਦਾ ਨਹੀਂ, ਆਪਣੇ ਸਾਰਿਆਂ ਦਾ ਜੋ ਵੀ ਪਿਆਰ ਕਰਦਾ ਵੀ ਇੱਥੇ ਆਉਂਦੇ ਰਹੀਏ, ਆਪਾਂ ਉਹਨਾਂ ਨੂੰ ਮਿਲਦੇ ਰਹੀਏ। ਬਟ ਜੋ ਉਹ ਬਾਈ ਝੋਟਾ ਹੀ ਸੀ ਵਾਕਈ, ਔਰ ਹੈਗਾ। ਸਿੱਧੂ ਨੇ ਝੋਟਾ ਤਿਆਰ ਵੀ ਕਰਾਇਆ ਸੀ। ਇਹ ਮੈਨੂੰ ਲੱਗਦਾ ਕਿ ਸਭ ਤੋਂ ਸਿੰਗਿੰਗ ਤੋਂ ਜ਼ਿਆਦਾ ਪਿਆਰ ਉਹ ਖੇਤਾਂ ਦੇ ਨਾਲ, ਆਪਣੇ ਟਰੈਕਟਰ ਦੇ ਨਾਲ, 5911 ਦੇ ਨਾਲ। ਔਰ ਇਹ ਤੁਸੀਂ ਝੋਟੇ ਦਾ ਜ਼ਿਕਰ ਕੀਤਾ ਕਿ ਇਹ ਦੇਖੋ ਕਿ ਝੋਟਾ ਤਿਆਰ ਵੀ ਕਰਾਇਆ। ਸਿੰਗਿੰਗ ਇੱਕ ਉਹਨਾਂ ਦਾ ਸ਼ੌਂਕ ਸੀ, ਪੈਸ਼ਨ। ਸਿੰਗਿੰਗ ਦਾ ਮਤਲਬ ਇਹ ਨਹੀਂ ਹੁੰਦਾ ਵੀ ਇੱਕ ਤੁਸੀਂ ਗਾਉਣ ਵਾਲੇ ਬਣ ਗਏ। ਸਿੰਗਿੰਗ ਇੱਕ ਕਿਸੇ ਦੇ ਜਨੂੰਨ 'ਚ ਵੀ ਗਾਇਆ ਜਾਂਦਾ ਗਾਣਾ। ਸਿੰਗਿੰਗ ਦਾ ਮਤਲਬ ਜਿਵੇਂ ਵਾਰ ਗਾਈ ਜਾਂਦੀ ਸੀ, ਮਹਾਰਾਜਾ ਰਣਜੀਤ ਸਿੰਘ ਜੀ ਦੀ ਗਾਈ ਜਾਂਦੀ ਸੀ, ਇੱਕ ਸੰਗੀਤ ਦੇ ਰਾਹੀਂ ਤੁਸੀਂ ਆਪਣੀ ਫੀਲਿੰਗਸ ਨੂੰ ਐਕਸਪ੍ਰੈਸ ਕਰਦੇ ਹੋ। ਬਾਈ ਸਿੱਧੂ ਦੀ ਜਿਹੜੀ ਲਿਖਤ ਹੈ ਨਾ ਬਾਈ, ਅੱਜ ਦੀ ਗੱਲ ਉਹ ਪਤਾ ਹੀ ਨਹੀਂ ਬਾਈ ਕਿੱਥੋਂ ਕੀ ਲਿਖ ਲੈਂਦਾ ਸੀ, ਅਤੇ ਉਹ ਨਾ ਲਿਖਣਾ ਕਿਸੇ ਨੇ ਨਾ ਲਿਖਿਆ ਸੀ ਪਹਿਲਾਂ। ਇੱਕ ਯੁੱਗ ਖਤਮ ਮੈਂ ਕਹਿਣਾ ਨਹੀਂ ਚਾਹੁੰਦਾ, ਉਹ ਨਾਲ ਨੇ ਹਮੇਸ਼ਾ। ਮੈਂ ਇਹੀ ਕਹਿਣਾ ਚਾਹੁੰਦਾ ਵੀ ਉਹ ਕਿਤੇ ਨਹੀਂ ਗਏ, ਨਾਲ ਨੇ ਸਾਡੇ। ਪਰ ਇੱਕ ਯੁੱਗ ਜਿਹੜਾ ਖਤਮ ਹੁੰਦਾ ਨਾ, ਕਸਮ ਨਾਲ ਬੜਾ ਗੁੱਸਾ ਵੀ ਆ ਰਿਹਾ, ਅਤੇ ਬਸ ਬੜਾ ਐਂ ਹੋ ਰਿਹਾ ਵੀ ਇੱਕ ਕਚੀਚੀ ਜੀ ਆ ਰਹੀ ਵੀ ਉਹ ਚੀਜ਼। ਮੇਰੇ ਜਦੋਂ ਸਿੱਧੂ ਨਾਲ ਗੱਲ ਹੋਈ, ਸਿੱਧੂ ਨੂੰ ਮੈਂ ਪੁੱਛਿਆ ਕਿ ਤੁਸੀਂ ਕਿਵੇਂ ਲਿਖਦੇ ਹੋ, ਕਿ ਕਿਸ ਤਰੀਕੇ ਨਾਲ। ਉਹ ਕਹਿੰਦੇ ਕਿ ਮੇਰੇ ਦਿਮਾਗ 'ਚ ਹਰ ਵੇਲੇ ਕੁਛ ਨਾ ਕੁਛ ਚੱਲਦਾ ਰਹਿੰਦਾ। ਮੈਂ ਜੋ ਆਸ-ਪਾਸ ਹੋ ਰਿਹਾ ਉਹ ਮੈਂ ਕਰਦਾ ਰਹਿਣਾ, ਔਰ ਬਾਅਦ ਵਿੱਚ ਮੈਂ ਨੋਟ ਕਰਕੇ ਔਰ ਉਸੇ 'ਤੇ ਗਾਣਾ ਜਿਹੜਾ ਬਣਾ ਦਿੰਦਾ। ਬਿਲਕੁਲ ਜੀ, ਸੰਗੀਤਕਾਰ ਦਾ ਸੌਖਾ ਲੱਗਦਾ ਕੰਮ ਦੇਖਣ ਵਾਲੇ ਨੂੰ, ਇੰਨਾ ਸੌਖਾ ਨਹੀਂ ਹੈ ਬਈ ਆਲਵੇਜ਼ ਦਿਮਾਗ ਚੱਲਦਾ ਰਹਿਣਾ। ਹੁਣ ਤਾਂ ਜਮਾਂ ਮਾਰੇ ਗਏ ਬਾਈ, ਬਸ ਸਾਡੇ ਵਰਗਿਆਂ ਨੂੰ ਸਹਾਰਾ ਦਿੱਤਾ ਉਹਨਾਂ ਨੇ ਜੀ। ਅਸੀਂ ਤੁਹਾਡੇ ਭਰਾਵਾਂ ਤੋਂ ਵੱਧ ਕੇ ਸੀਗਾ ਬਾਈ। ਅਸੀਂ ਕਦੇ ਮੈਂ ਨਾ ਉਹਨਾਂ ਨੇ ਮੈਨੂੰ ਬਾਈ ਨੂੰ ਕਦੇ ਕਲਾਕਾਰ ਸਮਝਿਆ ਨਹੀਂ ਸੀ। ਮੈਂ ਹਮੇਸ਼ਾ ਪੈਰੀ ਹੱਥ ਲਾਉਂਦਾ ਸੀ ਵੱਡੇ ਭਾਈ ਦੇ ਕਰਕੇ। ਸਿੱਧੂ ਦੇ ਜਿਹੜੇ ਗਾਣੇ ਸੀਗੇ ਉਹ ਰਫਲਾਂ 'ਤੇ ਹੁੰਦੇ ਸੀ, ਹਥਿਆਰਾਂ 'ਤੇ ਹੁੰਦੇ ਸੀ। ਐਜ਼ ਏ ਪਰਸਨ ਜਿਹੜਾ ਮੈਂ ਉਹਨਾਂ ਨੂੰ ਦੇਖਿਆ ਕਿ ਪਿੰਡਾਂ 'ਚ ਆਰਾਮ ਨਾਲ ਘੁੰਮਣਾ, ਖੇਤਾਂ 'ਚ ਚਲੇ ਜਾਣਾ, ਇਹ ਟਰੈਕਟਰ ਖੇਤਾਂ 'ਚ ਲੈ ਜਾਣਾ, ਹਰ ਥਾਂ 'ਤੇ ਲੈ ਜਾਣਾ। ਇਹ ਮੈਨੂੰ ਲੱਗਦਾ ਇਹ ਦੇਖੋ ਇਹ ਸੰਦ ਬਸ ਸ਼ਾਇਦ ਹੀ ਕਿਸੇ ਸਿੰਗਰ ਨੂੰ ਜਾਂ ਕਿਸੇ ਨੂੰ ਇਹ ਪਤਾ ਹੋਣਾ। ਇਸ ਤਰੀਕੇ ਦੇ ਸੰਦ ਇਹ ਸਾਰੇ ਰੱਖੇ ਹੋਏ ਸੀਗੇ। ਐਜ਼ ਏ ਪਰਸਨ ਜਦੋਂ ਤੁਹਾਨੂੰ ਮਿਲਦੇ ਸੀਗੇ ਕੀ ਕੁਛ ਗੱਲਬਾਤ ਹੁੰਦੀ ਸੀ? ਅਸੀਂ ਸਿਰਫ ਮੈਨੂੰ ਐਂ ਸੀ ਬਾਈ, ਮੈਂ ਨਾ ਮਹਾਂ ਬਾਈ ਪੰਜਾਬ ਦੇ ਵਿੱਚ ਗਾਣੇ ਜਾਣ, ਮੈਨੂੰ ਕਹਿੰਦਾ ਜਾਣ ਟੈਨਸ਼ਨ ਨਾ ਲੈ, ਆਪਣਾ ਤਾਂਵਿਆਂ ਕਾਇਮ ਕਰ ਲਾ। ਮੇਰਾ ਹੁਣੀ ਗਾਣਾ ਵੀ ਕਰਿਆ, ਲਿਖਿਆ ਵੀ, ਮੇਰਾ ਪਰਸਨਲ ਬਾਈ ਦਾ ਫੇਵਰਟ ਸੀਗਾ, ਮੇਰੇ ਡੈਡੀ ਦਾ। ਬਸ ਮੈਂ ਹੁਣ ਅਸੀਂ ਇਹੀ ਗੱਲਾਂ ਕਰਦੇ ਰਹਿੰਦੇ ਸੀ ਵੀ ਬਾਈ ਬਸ ਨਾ, ਜਦੋਂ ਵੀ ਆਉਂਦੇ ਸਾਨੂੰ ਐਂ ਲੱਗਦਾ ਸੀ ਅਸੀਂ ਆਪਦੇ ਭਰਾ ਨੂੰ ਮਿਲੇ, ਵੱਡੇ ਨੂੰ, ਹੈ ਨਾ, ਵੀ ਇੱਕ ਰੂਹ ਜੀ ਨਾਲ ਮਿਲਦਾ। ਸਾਨੂੰ ਬੂਸਟ ਭਰ ਕੇ ਤੋੜ ਦਿੰਦਾ ਸੀ ਬਾਈ ਵੀ ਹੁਣ ਤੁਸੀਂ ਟੈਨਸ਼ਨ ਨਾ ਲਿਆ ਕਰੋ। ਇੱਦਾਂ ਮਤਲਬ ਇੰਨਾ ਵਧੀਆ ਲੱਗਦਾ, ਪੋਜ਼ਿਟਿਵਿਟੀ। ਸਾਡੇ ਨਾਲ ਗੱਲ ਚੱਲ ਰਹੀ ਸੀ ਗਾਣੇ 'ਚ, ਅਸੀਂ ਕਿਹਨਾਂ ਗੱਡੀ ਇੱਥੇ ਤਲਵੰਡੀ ਸਾਹਿਬੋਂ ਫੜ ਲਈ ਬਾਈ ਨੇ ਸਾਡੇ, ਕਹਿੰਦਾ ਮੈਂ ਚਲਾਉਣਾ। ਬਾਈ ਚਲਾਉਂਦੇ ਆਏ, ਭੈਣਾਂ ਨਾਲ ਗੱਲਾਂ ਕਰਦੇ ਰਹੇ, ਪਰਿਵਾਰ ਨਾਲ ਇੰਨੀਆਂ ਪਿਆਰੀਆਂ। ਮੈਂ ਉਹਨੂੰ ਪਾਸਟ ਨਹੀਂ ਸਮਝਣਾ ਚਾਹੁੰਦਾ ਆਪਣੀ ਜ਼ਿੰਦਗੀ 'ਚ। ਮੈਂ ਕਹਿਣਾ ਵੀ ਸਿੱਧੂ ਬਾਈ ਸੀਗੇ, ਹੈਗੇ ਔਰ ਹਮੇਸ਼ਾ ਰਹਿਣਗੇ। ਹੁਣ ਗੱਲ ਕਰਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ। ਜੀ ਹਾਂ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੇਂਦਰ ਦੀ ਸਿਕਿਉਰਿਟੀ ਨੂੰ ਵੀ ਨਾ ਕਰ ਦਿੱਤੀ ਹੈ। ਦਰਅਸਲ ਕੇਂਦਰ ਨੇ ਜਥੇਦਾਰ ਸਾਹਿਬ ਨੂੰ ਜ਼ੈਡ ਸਿਕਿਉਰਿਟੀ ਦੇਣ ਦਾ ਫੈਸਲਾ ਲਿਆ ਸੀ, ਪਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਹਾਲਾਂਕਿ ਬੀਜੇਪੀ ਜ਼ੈਡ ਸੁਰੱਖਿਆ ਪਿੱਛੇ ਆਪਣਾ ਤਰਕ ਦੇ ਰਹੀ ਹੈ। ਕੇਂਦਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜ਼ੈਡ ਸਿਕਿਉਰਿਟੀ ਦੇਣ ਦਾ ਫੈਸਲਾ ਲਿਆ, ਪਰ ਜਥੇਦਾਰ ਨੇ ਜ਼ੈਡ ਸਿਕਿਉਰਿਟੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜਥੇਦਾਰ ਨੇ ਕੇਂਦਰ ਦਾ ਧੰਨਵਾਦ ਕਰਦੇ ਹੋਏ ਪ੍ਰਸਤਾਵ ਵਾਪਸ ਲੈਣ ਦੀ ਅਪੀਲ ਕੀਤੀ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਉਹਨਾਂ ਦਾ ਕੰਮ ਦੇਸ਼ ਵਿਦੇਸ਼ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ ਹੈ, ਇਸ ਲਈ ਜ਼ੈਡ ਸਿਕਿਉਰਿਟੀ ਰੱਖਣਾ ਉਹਨਾਂ ਵਾਸਤੇ ਸੰਭਵ ਨਹੀਂ ਹੈ। ਕਿ ਇਹ ਜ਼ੈਡ ਸਿਕਿਉਰਿਟੀ ਜਿਹੜੀ ਆਪ ਜੀ ਨੇ ਪ੍ਰੋਵਾਈਡ ਕਰਾਈ ਹੈ, ਇਹਦੇ ਸਹਿਤ ਮੇਰੇ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਪ੍ਰਸਾਰ ਦੇ ਖੇਤਰ ਦੇ ਵਿੱਚ ਕੁਝ ਦਿੱਕਤਾਂ ਜਿਹੜੀਆਂ ਆਉਣੀਆਂ ਸੁਭਾਵਿਕ ਹੈ। ਇਸ ਲਈ ਮੈਂ ਭਾਰਤ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਜ਼ੈਡ ਸਿਕਿਉਰਿਟੀ ਦਾ ਜਿਹੜਾ ਫੈਸਲਾ ਹੈ ਇਹਨੂੰ ਮੁਲਤਵੀ ਕੀਤਾ ਜਾਏ, ਮੈਂ ਤਾਂ ਕਿ ਸਿੱਖ ਸੰਗਤਾਂ ਦੇ ਵਿੱਚ ਖੁੱਲ੍ਹੇਆਮ ਵਿਚਰ ਕੇ ਸਿੱਖ ਸੰਗਤਾਂ ਦੇ ਨਾਲ ਗੱਲਬਾਤ ਕਰ ਸਕਾਂ। ਇਹਦੇ ਸਹਿਤ ਮੇਰੇ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਪ੍ਰਸਾਰ ਦੇ ਖੇਤਰ ਦੇ ਵਿੱਚ ਕੁਝ ਦਿੱਕਤਾਂ ਜਿਹੜੀਆਂ ਆਉਣੀਆਂ ਸੁਭਾਵਿਕ ਹੈ। ਇਸ ਲਈ ਮੈਂ ਭਾਰਤ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਜ਼ੈਡ ਸਿਕਿਉਰਿਟੀ ਦਾ ਜਿਹੜਾ ਫੈਸਲਾ ਹੈ ਇਹਨੂੰ ਮੁਲਤਵੀ ਕੀਤਾ ਜਾਏ। ਹਾਲਾਂਕਿ ਬੀਜੇਪੀ ਜਥੇਦਾਰ ਵਾਸਤੇ ਜ਼ੈਡ ਸਿਕਿਉਰਿਟੀ ਨੂੰ ਜ਼ਰੂਰੀ ਦੱਸ ਰਹੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਜਥੇਦਾਰ ਨੇ ਸੁਰੱਖਿਆ ਦੀ ਮੰਗ ਨਹੀਂ ਸੀ ਕੀਤੀ। ਕੇਂਦਰ ਨੇ ਖੁਫੀਆ ਏਜੰਸੀਆਂ ਦੀ ਰਿਪੋਰਟ ਦੇ ਆਧਾਰ ਤੇ ਸੁਰੱਖਿਆ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਸੀ। सिक्योरिटी भगवंत सिंह मान और अरविंद केजरीवाल ने विड्रॉ कर ली, क्योंकि उनको सिखों की मान्यताओं की जानकारी नहीं है। शायद उनको ये जानकारी नहीं कि जत्थेदार अकाल तख्त का वही रुतबा या वही लेवल होता है जिस प्रकार का पोप हो रहते हैं।
जहाँ जिस प्रकार से शंकराचार्य रहते हैं वो सिखों के सबसे बड़े प्रीस्ट हैं, परंतु इनको तो लेना देना नहीं, ये तो राजनीति कर रहे थे, इन्होंने उनकी सिक्योरिटी विड्रॉ कर ली। ਇਸ ਤੋਂ ਪਹਿਲਾਂ ਐਜੀਪੀਸੀ ਨੇ ਵੀ ਜਥੇਦਾਰ ਨੂੰ ਅਪੀਲ ਕੀਤੀ ਸੀ ਕਿ ਉਹਨਾਂ ਨੂੰ ਕੇਂਦਰ ਦੀ ਵੀ ਸੁਰੱਖਿਆ ਨਹੀਂ ਲੈਣੀ ਚਾਹੀਦੀ। ਖਾਲਸਾ ਪੰਥ ਉਹਨਾਂ ਦੀ ਸੁਰੱਖਿਆ ਵਿੱਚ ਹੈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਿਹੜੀ ਆ ਨਾ ਉਹ Z+ ਸੁਰੱਖਿਆ ਦੀ ਕੋਈ ਜ਼ਰੂਰਤ ਨਹੀਂ ਹੈਗੀ, ਕਿਉਂਕਿ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਖਾਲਸਾ ਪੰਥ ਖੁਦ ਕਰੂਗਾ। ਅਕਾਲ ਤਖਤ ਸਾਹਿਬ ਤੇ ਜਥੇਦਾਰ ਨੂੰ ਕੋਈ ਡਰ ਨਹੀਂਗਾ, ਕੋਈ ਭੈ ਨਹੀਂਗਾ, ਕੋਈ ਗੱਲ ਨਹੀਂ ਗੀ, ਕਿਉਂਕਿ ਉਹ ਸਿੱਖਾਂ ਦੇ ਜਿਹੜੇ ਹੈਗੇ ਆ ਨਾ ਮਤਲਬ ਵਿਚਾਰ ਆ, ਜਿਹੜੇ ਸਿੱਖਾਂ ਦੀ ਮੰਗਾਂ ਨੇ, ਉਹਨਾਂ ਦੇ ਖਾਲਸਾ ਪੰਥ ਦੇ ਵਿਚਾਰਾਂ ਦਾ ਪ੍ਰਗਟਾ ਕਰਦੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ, ਤੇ ਕੌਮ ਤਾਂ ਉਹਨਾਂ ਦੇ ਨਾਲ ਆ। ਦਰਅਸਲ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਕੁਝ ਲੋਕਾਂ ਦੀ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਸੀ। ਜਥੇਦਾਰ ਦੀ ਵੀ ਸੁਰੱਖਿਆ ਘਟਾਈ ਗਈ ਸੀ। ਜਥੇਦਾਰ ਨੇ ਬਾਅਦ ਦੇ ਵਿੱਚ ਬਾਕੀ ਰਹਿੰਦੇ ਸੁਰੱਖਿਆ ਮੁਲਾਜ਼ਮ ਵੀ ਛੱਡਣ ਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਬਾਅਦ 'ਚ ਪੰਜਾਬ ਸਰਕਾਰ ਨੇ ਸੁਰੱਖਿਆ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਸੀ, ਪਰ ਜਥੇਦਾਰ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਸੀ ਤੇ ਹੁਣ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਵੀ ਠੁਕਰਾ ਦਿੱਤਾ ਗਿਆ। ਤਲਵੰਡੀ ਸਾਬੋ ਤੋਂ ਮਨੀਸ਼ ਗਰਗ, ਨਿਊਜ਼ 18 ਪੰਜਾਬ।